ਮੰਤਰੀ ਕੈਪਟਨ ਅਮਰਿੰਦਰ ਸਿੰਘ ਉਤਰੇ ਕਿਸਾਨਾਂ ਦੇ ਹੱਕ 'ਚ ਹਰਿਆਣਾ ਸਰਕਾਰ ਤੇ ਸਾਧਿਆ ਨਿਸ਼ਾਨਾ, ਕੀਤੀ ਕਰਨਾਲ ਕਾਰਵਾਈ ਦੀ ਨਿੰਦਾ। ਜ਼ਖਮੀ ਕਿਸਾਨਾਂ ਨੂੰ ਮਿਲਣ ਪਹੁੰਚੇ ਉੱਗੇ ਕਿਸਾਨ ਲੀਡਰ ਰਾਕੇਸ਼ ਟਕੈਤ, ਖੱਟੜ ਸਰਕਾਰ ਦੀ ਤਾਲਿਬਾਨ ਨਾਲ ਕੀਤੀ ਤੁਲਨਾ। ਕਾਂਗਰਸੀਆਂ ਨੇ ਘੇਰੀ ਖੱਟੜ ਸਰਕਾਰ, ਮਨੋਹਰ ਲਾਲ ਖੱਟੜ ਅਤੇ ਦੁਸ਼ਯੰਤ ਚੌਟਾਲਾ ਨੂੰ ਦੱਸਿਆ ਕਿਸਾਨਾਂ ਦਾ ਸਭ ਤੋਂ ਵੱਡਾ ਦੁਸ਼ਮਣ। ਨਵਜੋਤ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਵਾਲੇ ਬਿਆਨ ਤੇ ਅਨਿਲ ਵਿਜ ਨੇ ਕੱਸੇ ਤੰਜ, ਸਿੱਧੂ ਨੂੰ ਮਿਸਤਰੀ ਦੱਸ ਸਾਧੇ ਨਿਸ਼ਾਨੇ। ਸਿਕੰਦਰ ਸਿੰਘ ਮਲੂਕਾ ਦਾ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ, ਰਾਮਪੁਰਾ ਫੂਲ ਦੀ ਟਿਕਟ ਤੇ ਚੋਣ ਲੜਨ ਤੋਂ ਕੀਤਾ ਇਨਕਾਰ। ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ, ਲੈ ਕੇ ਹਾਜ਼ਰ ਹੋਇਆ ਖਬਰਾਂ ਦਾ ਬੁਲੇਟਿਨ। ਤੇ ਬੁਲੇਟਿਨ ਦੀ ਸ਼ੁਰੂਆਤ ਕਿਸਾਨਾਂ ਤੇ ਹੋਏ ਅੰਨੇ ਤਸ਼ੱਦਦ ਤੋਂ, ਜਿਸ ਨੂੰ ਲੈ ਕੇ ਹਰਿਆਣਾ ਦੀ ਖੱਟੜ ਸਰਕਾਰ ਲਗਾਤਾਰ ਘਿਰੀ ਹੋਈ ਆ। ਬੀਤੇ ਦਿਨੀ ਕਰਨਾਲ ਦੇ ਵਿੱਚ ਪੁਲਿਸ ਦੇ ਵੱਲੋਂ ਕਿਸਾਨਾਂ ਤੇ ਡਾਂਗਾ ਵਰਾਈਆਂ ਗਈਆਂ, ਕਾਫੀ ਕਿਸਾਨ ਜ਼ਖਮੀ ਹੋਏ, ਜਿਨ੍ਹਾਂ ਦੇ ਵਿੱਚੋਂ ਇੱਕ ਕਿਸਾਨ ਨੇ ਦਮ ਵੀ ਤੋੜ ਦਿੱਤਾ। ਇਸ ਅਣਮਨੁੱਖੀ ਤਸ਼ੱਦਦ ਤੋਂ ਬਾਅਦ ਹਰਿਆਣਾ ਦੀ ਖੱਟੜ ਸਰਕਾਰ ਤੇ ਲਗਾਤਾਰ ਉਂਗਲਾਂ ਉੱਠ ਰਹੀਆਂ ਨੇ। ਨਿਸ਼ਾਨੇ ਤੇ ਸਿਰ ਪਾੜਨ ਦੇ ਹੁਕਮ ਦੇਣ ਵਾਲੇ ਐਸਡੀਐਮ ਸਾਹਿਬ ਵੀ ਨੇ। ਹੁਣ ਕਿਸਾਨਾਂ ਦੇ ਹੱਕ 'ਚ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਿੱਤਰੇ ਨੇ। ਹਰਿਆਣਾ ਦੀ ਖੱਟੜ ਸਰਕਾਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਸ਼ਾਨੇ ਸਾਧੇ। ਮਨੋਹਰ ਲਾਲ ਖੱਟੜ ਨੂੰ ਕਿਸਾਨਾਂ ਤੋਂ ਮਾਫੀ ਮੰਗਣ ਦੀ ਸਲਾਹ ਦਿੱਤੀ। ਬੀਜੇਪੀ ਨੂੰ ਇਸ ਦਾ ਖਮਿਆਜ਼ਾ ਚੋਣਾਂ 'ਚ ਭੁਗਤਣਾ ਪਵੇਗਾ, ਇਹ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ। ਦੱਸ ਦਈਏ ਕਿ ਕੈਪਟਨ ਸਾਹਿਬ ਵੱਲੋਂ ਟਵੀਟ ਰਾਹੀਂ ਖੱਟੜ ਸਰਕਾਰ ਤੇ ਨਿਸ਼ਾਨਾ ਸਾਧਿਆ ਗਿਆ। ਹਰਿਆਣਾ ਦੀ ਪੁਲਿਸ ਦੀ ਨਿਖੇਧੀ ਕੀਤੀ ਗਈ, ਐਸਡੀਐਮ ਤੇ ਸਖਤ ਕਾਰਵਾਈ, ਜ਼ਖਮੀ ਕਿਸਾਨਾਂ ਦੇ ਇਲਾਜ ਦੇ ਖਰਚੇ ਦੀ ਮੰਗ ਕੀਤੀ ਗਈ। ਉਧਰ ਜ਼ਖਮੀ ਕਿਸਾਨਾਂ ਦਾ ਹਾਲ ਜਾਣਨ ਕਲਪਨਾ ਚਾਵਲਾ ਮੈਡੀਕਲ ਕਾਲਜ ਵਿੱਚ ਕਿਸਾਨ ਲੀਡਰ ਰਾਕੇਸ਼ ਟਕੈਤ ਪਹੁੰਚੇ, ਜਿਨ੍ਹਾਂ ਨੇ ਖੱਟੜ ਹਕੂਮਤ ਤੇ ਤਿੱਖਾ ਧਾਵਾ ਬੋਲਿਆ ਤੇ ਚੇਤਾਵਨੀ ਦਿੱਤੀ ਕਿ ਐਸਡੀਐਮ ਨੂੰ ਡਿਸਮਿਸ ਕੀਤਾ ਜਾਵੇ। ਇਸ ਦੌਰਾਨ ਰਾਕੇਸ਼ ਟਕੈਤ ਦੇ ਵੱਲੋਂ ਖੱਟੜ ਸਰਕਾਰ ਦੀ ਤੁਲਨਾ ਤਾਲਿਬਾਨ ਨਾਲ ਕੀਤੀ ਗਈ। ਇਸ ਨੂੰ ਤਾਲਿਬਾਨੀ ਫਰਮਾਨ, ਐਸਡੀਐਮ ਨੂੰ ਤਾਲਿਬਾਨ ਦਾ ਕਮਾਂਡਰ ਦੱਸਿਆ ਗਿਆ। ਬੰਦੂਕ ਤੇ ਲਾਠੀ ਦੀ ਤਾਕਤ ਨਾਲ ਦੇਸ਼ ਤੇ ਕਬਜ਼ਾ करना ਚਾਹੁੰਦੇ ਨੇ, ਇਹ ਰਾਕੇਸ਼ ਟਕੈਤ ਦਾ ਕਹਿਣਾ। यहाँ पे हैं इस टाइम पे करनाल के अंदर, और बहुत लोग जो है हमारे घायल है, जिनको घर भेज दिया गया, वे फिर आ रहे हैं मेडिकल करवाने के लिए। तो सभी लोग इन चीज़ों को देखें और ध्यान दें सब चीज़ों के कि आज देश में हो क्या रहा है। पूर्ण रूप से बंदूक और लाठी की ताकत पे देश पे कब्जा करना चाहते हैं, पूरी संस्थाओं पे कब्जा करना चाहते हैं। हमको इसका पूर्ण रूप से पुरजोर विरोध करते हैं और सरकारों को ये चेतावनी देते हैं कि आप जो अधिकारी इस तरह के इस विचारधारा के अधिकारी के उनके खिलाफ सख्त कार्रवाई करें। ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਿੱਥੇ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ, ਤਾਂ ਉੱਥੇ ਹੀ ਖੱਟੜ ਸਰਕਾਰ ਦੀਆਂ ਵਿਰੋਧੀ ਧਿਰਾਂ ਵੀ ਚੁੱਪ ਨਹੀਂ ਹਨ। ਕਾਂਗਰਸੀ ਲੀਡਰ ਰਣਦੀਪ ਸਿੰਘ ਸੁਰਜੇਵਾਲਾ ਵੱਲੋਂ ਖੱਟੜ ਸਰਕਾਰ ਦੀ ਤੁਲਨਾ ਜਨਰਲ ਡਾਇਰ ਨਾਲ ਕੀਤੀ ਗਈ। ਸੁਰਜੇਵਾਲਾ ਦਾ ਬਿਆਨ ਹੈ ਕਿ ਕਿਸਾਨਾਂ ਨੂੰ ਜਾਨਵਰਾਂ ਵਾਂਗ ਕੁੱਟ-ਕੁੱਟ ਸਾਬਿਤ ਕਰ ਦਿੱਤਾ ਹੈ ਕਿ ਕਿਸਾਨਾਂ ਦੇ ਅਸਲੀ ਦੁਸ਼ਮਣ ਮਨੋਹਰ ਲਾਲ ਖੱਟੜ ਤੇ ਦੁਸ਼ਯੰਤ ਚੌਟਾਲਾ ने बेरहमी और बर्बरतापूर्ण लाठीचार्ज कर एक बार फिर अंग्रेज के जनरल डायर की याद दिला दी। शांति प्रिय तरीके से विरोध कर रहे किसानों को जानवरों की तरह दौड़ा दौड़ा कर पीटा गया। दर्जनों लहूलुहान हो गए, सड़कों पर खून चल रहा था और सैकड़ों को चोटें आई। एक बार फिर यह साबित हो गया कि अन्नदाता किसान के असली दुश्मन यानी दुष्यंत चौटाला, मन यानी मनोहर लाल खट्टर हैं। भाजपा जजपा सरकार ने पिछले 9 महीने से किसानों के हिस्से में लाठीचार्ज, अश्रु गैस, नश्तर, कीलें, सड़क खोदना, पत्थर और पानी की बौछारों की प्रताड़ना लिख दी है। 25 नवंबर 2020 से आज तक किसान मजदूर के सीने पर मोदी और खट्टर सरकारों ने
लगातार वार किया है और खून बहाया है। ਹੁਣ ਗੱਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਉਸ ਬਿਆਨ ਦੀ ਜਿਸ ਨੇ ਸਿਆਸਤ ਵਿੱਚ ਵੱਡੀ ਚਰਚਾ ਛੇੜੀ ਹੋਈ ਆ। ਆਪਣੇ ਤੇ ਵਿਰੋਧੀ ਦੋਵੇਂ ਹੀ ਨਵਜੋਤ ਸਿੱਧੂ ਤੇ ਨਿਸ਼ਾਨੇ ਬਿੰਨ ਰਹੇ ਨੇ। ਇੱਕ ਪਾਸੇ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਲੇਸ਼ ਹਲੇ ਨਹੀਂ ਥਮਿਆ ਹੈ। ਕਲੇਸ਼ ਦੇ ਖਾਤਮੇ ਲਈ ਹਰੀਸ਼ ਰਾਵਤ ਦਾ ਪੰਜਾਬ ਵੱਲ ਰੁੱਖ ਤੇ ਜਲਦ ਹਰੀਸ਼ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨਾਂ ਅਤੇ ਵਰਕਰਾਂ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕਰਨਗੇ। ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਇੱਟ ਨਾਲ ਇੱਟ ਖੜਕਾਉਣ ਦੇ ਬਿਆਨ ਨੇ ਕਾਂਗਰਸ ਦੀ ਚਿੰਤਾ ਵਧਾਈ ਹੋਈ ਆ। ਸਿੱਧੂ ਦਾ ਬਿਆਨ ਸੀ, ਫੈਸਲੇ ਲੈਣ ਦੀ ਖੁੱਲ੍ਹ ਦਿੱਤੀ ਜਾਵੇ, ਨਹੀਂ ਇੱਟ ਨਾਲ ਇੱਟ ਖੜਕਾ ਦੇਵਾਂਗਾ, ਜਿਸ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਕਈ ਲੀਡਰ ਨਵਜੋਤ ਸਿੱਧੂ ਤੇ ਸਵਾਲ ਚੁੱਕ ਰਹੇ ਨੇ। ਤਾਂ ਉੱਥੇ ਹੀ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਨਵਜੋਤ ਸਿੱਧੂ ਤੇ ਤੰਜ ਕੱਸਿਆ ਤੇ ਕਿਹਾ ਕਿ ਜਦੋਂ ਮਿਸਤਰੀ ਆਪਣੇ ਘਰ ਦੀਆਂ ਇੱਟਾਂ ਸੁੱਟਣ ਲੱਗੇ ਤਾਂ ਘਰ ਢਹਿਣ ਵਾਲਾ ਹੈ। ਅਨਿਲ ਵਿਜ ਨੇ ਸਿੱਧੂ ਦੇ ਬਿਆਨ ਤੋਂ ਬਾਅਦ ਇੱਕ ਟਵੀਟ ਕੀਤਾ, ਤੰਜ ਕੱਸਿਆ। ਵਿਜ ਆਪਣੇ ਟਵੀਟ ਵਿੱਚ ਲਿਖਦੇ ਨੇ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਉਰਫ ਮਿਸਤਰੀ ਇੱਟ ਨਾਲ ਇੱਟ ਖੜਕਾਉਣ ਦੀ ਗੱਲ ਕਰ ਰਹੇ ਨੇ। ਜਦੋਂ ਕੋਈ ਮਿਸਤਰੀ ਆਪਣੇ ਹੀ ਘਰ ਦੀ ਇੱਟ ਨਾਲ ਇੱਟ ਵਜਾਉਣ ਲੱਗੇ ਤਾਂ ਸਮਝ ਲਓ ਕਿ ਹੁਣ ਘਰ ਢਹਿਣ ਵਿੱਚ ਦੇਰੀ ਨਹੀਂ ਹੈ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇੱਕ ਝਟਕਾ ਲੱਗਿਆ, ਜੋ ਸਾਬਕਾ ਮੰਤਰੀ ਤੇ ਪਾਰਟੀ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਦੇ ਵੱਲੋਂ ਦਿੱਤਾ ਗਿਆ। ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ। ਦਰਅਸਲ ਅੱਜ ਅਕਾਲੀ ਦਲ ਦੇ ਵੱਲੋਂ 3 ਹੋਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਗਿਆ। ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਟਵੀਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਗਈ ਕਿ 2022 ਪੰਜਾਬ ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਦੇ ਵੱਲੋਂ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ, ਭੁੱਚੋ ਤੋਂ ਦਰਸ਼ਨ ਸਿੰਘ ਕੋਟ ਫੱਤਾ ਉਮੀਦਵਾਰ ਹੋਣਗੇ। ਪਰ ਸਿਕੰਦਰ ਸਿੰਘ ਮਲੂਕਾ ਨੇ ਇਸ ਨਾਲ ਸਹਿਮਤੀ ਨਹੀਂ ਜਤਾਈ ਆ। ਮਲੂਕਾ ਸਾਹਿਬ ਨੇ ਰਾਮਪੁਰਾ ਫੂਲ ਤੋਂ ਚੋਣ ਲੜਨ ਤੋਂ ਜਵਾਬ ਦੇ ਦਿੱਤਾ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਕਿ ਮਲੂਕਾ ਸਾਹਿਬ ਰਾਮਪੁਰਾ ਤੋਂ ਚੋਣ ਨਹੀਂ ਲੜਨਾ ਚਾਹੁੰਦੇ, ਜਿਸ ਤੋਂ ਬਾਅਦ ਮੀਡੀਆ ਦੇ ਸਾਹਮਣੇ ਸਿਕੰਦਰ ਸਿੰਘ ਮਲੂਕਾ ਨੇ ਖੁਦ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਮੈਂ ਰਾਮਪੁਰਾ ਫੂਲ ਤੋਂ ਚੋਣ ਨਹੀਂ ਲੜਨਾ ਚਾਹੁੰਦਾ। ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜਨਗੇ। ਦੱਸ ਦਈਏ ਕਿ ਗੁਰਪ੍ਰੀਤ ਸਿੰਘ ਮਲੂਕਾ ਸਿਕੰਦਰ ਸਿੰਘ ਮਲੂਕਾ ਦੇ ਸੁਪੁੱਤਰ ਨੇ ਤੇ 8-9 ਮਹੀਨੇ ਤੋਂ ਰਾਮਪੁਰਾ ਫੂਲ ਦੇ ਵਿੱਚ ਉਹ ਸਰਗਰਮ ਵੀ ਨੇ। ਰਾਮਪੁਰਾ ਫੂਲ ਦੇ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਕੰਮ ਕਰ ਰਹੇ ਨੇ ਤੇ ਚੋਣ ਵੀ ਉਹਨਾਂ ਨੂੰ ਲੜਨੀ ਚਾਹੀਦੀ ਆ। ਇਹ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਅਕਸਰ ਦੇਖਿਆ ਜਾਂਦਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਸਹਿਮਤੀ ਪੁੱਛੀ ਜਾਂਦੀ ਆ, ਮੰਥਨ ਹੁੰਦੇ ਨੇ, ਇੱਛਾ ਜਤਾਈ ਜਾਂਦੀ ਆ, ਇੱਛਾ ਜਾਣੀ ਜਾਂਦੀ ਆ। ਪਰ ਇਸ ਐਲਾਨ ਨੇ ਸਭ ਨੂੰ ਹੈਰਾਨ ਕਰ ਦਿੱਤਾ, ਕਿਉਂਕਿ ਮਲੂਕਾ ਸਾਹਿਬ ਨੇ ਵੀ ਇੱਕ ਜਾਣਕਾਰੀ, ਇੱਕ ਸਲਾਹ ਦਿੱਤੀ ਹੈ ਸੁਖਬੀਰ ਸਿੰਘ ਬਾਦਲ ਨੂੰ ਕਿ ਵਰਕਰਾਂ ਦੀ ਜੋ ਸਲਾਹ ਉਹ ਲੈਣੀ ਚਾਹੀਦੀ ਹੈ। ਦੇਖੋ, ਮੈਂ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਰਪ੍ਰਸਤ ਸਾਡੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਡੀ ਟਿਕਟ ਅਨਾਉਂਸ ਕੀਤੀ ਹੈ। ਪਰ ਕਿਉਂਕਿ 1 ਸਾਲ ਤੋਂ ਮੈਂ ਰਾਮਪੁਰਾ ਫੂਲ 'ਚ ਕੰਮ ਨਹੀਂ ਕਰ ਰਿਹਾ, ਉੱਥੇ ਗੁਰਪ੍ਰੀਤ ਸਿੰਘ ਮਲੂਕਾ ਕੰਮ ਕਰ ਰਿਹਾ, ਮੈਂ ਉਸ ਹਲਕੇ 'ਚ ਬਿਲਕੁਲ ਨਹੀਂ ਕੰਮ ਕਰ ਰਿਹਾ। ਮੈਂ 1 ਸਾਲ ਤੋਂ ਮੌੜ ਮੰਡੀ ਹਲਕੇ 'ਚ ਕੰਮ ਕਰ ਰਿਹਾ ਤੇ ਮੈਂ ਪਾਰਟੀ ਨੂੰ ਬੇਨਤੀ ਵੀ ਮੌੜ ਮੰਡੀ ਹਲਕੇ ਦੀ ਵੀ ਕੀਤੀ ਸੀ। ਇਸ ਕਰਕੇ ਮੈਂ ਚਾਹੁੰਦਾ ਕਿ ਜੇ ਮੈਨੂੰ ਟਿਕਟ ਦੇਣੀ ਹੈ ਤਾਂ ਮੌੜ ਮੰਡੀ ਹਲਕੇ ਤੋਂ ਦੇ ਦਿਓ, ਨਹੀਂ ਦੇਣੀ ਤੁਹਾਡੀ ਮਰਜ਼ੀ ਹੈ, ਜਿਹਨੂੰ ਮਰਜ਼ੀ ਦੇ ਦਿਓ। ਮੈਨੂੰ ਜਿੱਥੇ ਵੀ ਪਾਰਟੀ ਕੋਈ ਡਿਊਟੀ ਲਾਊਗੀ ਮੈਂ ਉਹਦੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਊਂਗਾ। ਪਰ ਮੈਂ ਇੱਕ ਬੇਨਤੀ ਜ਼ਰੂਰ ਕਰੂੰਗਾ ਪਾਰਟੀ ਪ੍ਰਧਾਨ ਨੂੰ, ਮੌੜ ਹਲਕੇ ਦੀ ਟਿਕਟ ਦੇਣ ਤੋਂ ਪਹਿਲਾਂ ਮੌੜ ਹਲਕੇ ਦੇ ਲੋਕਾਂ ਦੀ ਰਾਏ ਜ਼ਰੂਰ ਲੈ ਲਈ ਜਾਵੇ, ਉਹਨਾਂ ਨੂੰ ਪੁੱਛ ਲਿਆ ਜਾਵੇ। ਜੋ ਲੋਕ ਮੌੜ ਹਲਕੇ ਦੇ ਚਾਹੁੰਦੇ ਨੇ, ਜਿਹਨੂੰ ਵੀ ਚਾਹੁੰਦੇ ਨੇ, ਉਹਨੂੰ ਟਿਕਟ ਦਿੱਤੀ ਜਾਵੇ, ਤਾਂ ਇੱਥੋਂ ਕਾਮਯਾਬੀ ਮਿਲੂਗੀ, ਨਹੀਂ ਇੱਥੋਂ ਕਾਮਯਾਬੀ ਮਿਲਣੀ ਨਹੀਂ। ਜੇ ਮੌੜ ਹਲਕੇ ਤੋਂ ਤੁਹਾਨੂੰ ਨਹੀਂ ਟਿਕਟ ਦਿੰਦੇ ਜੀ, ਰਾਮਪੁਰੇ ਤੋਂ ਚੋਣ ਲੜੋਗੇ ਕਿ ਨਹੀਂ? ਫਿਰ ਮੈਂ ਕਹਿਤਾ ਵੀ ਉੱਥੋਂ ਗੁਰਪ੍ਰੀਤ ਹੀ ਲੜੂਗਾ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤੁਸੀਂ ਬਣੇ ਰਹੋ ਚੱਕ ਦੇ ਟੀਵੀ ਦੇ ਨਾਲ।